प्यारे बच्चों, आओ पढ़िए क्लास 8 ਦੀ ਬੁੱਕ ਸਵਾਗਤ ਜ਼ਿੰਦਗੀ ਦਾ ਚੈਪਟਰ ਨੰਬਰ 5 ਪਸ਼ੂਆਂ ਪ੍ਰਤੀ ਨੈਤਿਕਤਾ। ਕਿਸੇ ਰਾਸ਼ਟਰ ਦੀ ਮਹਾਨਤਾ ਅਤੇ ਉਸ ਦੀ ਨੈਤਿਕ ਉન્નਤੀ ਦਾ ਪਤਾ ਉਸ ਦੇ ਪਸ਼ੂਆਂ ਨਾਲ ਪੇਸ਼ ਆਉਣ ਦੇ ਤਰੀਕੇ ਤੋਂ ਕੀਤਾ ਜਾ ਸਕਦਾ ਹੈ। ਪਿਆਰੇ ਬੱਚਿਓ, ਮਨੁੱਖ ਅਤੇ ਪਸ਼ੂ ਦਾ ਰਿਸ਼ਤਾ ਬਹੁਤ ਪੁਰਾਣਾ ਹੈ। ਸਭਿਅਤਾ ਦੇ ਆਰੰਭ ਤੋਂ ਹੀ ਮਨੁੱਖੀ ਜੀਵਨ ਲਈ ਜਾਨਵਰ ਕਦੇ ਰਖਵਾਲੇ ਬਣ ਕੇ, ਕਦੇ ਸਹਿਕਰਮੀ ਬਣ ਕੇ ਅਤੇ ਕਦੇ ਸਭ ਤੋਂ ਵਧੀਆ ਦੋਸਤ ਬਣ ਕੇ ਹਮੇਸ਼ਾ ਮੌਜੂਦ ਰਹੇ ਹਨ। ਅਜਿਹੇ ਕੁਝ ਜਾਨਵਰਾਂ ਦੇ ਨਾਂ ਦੱਸੋ ਜੋ ਮਨੁੱਖ ਦੇ ਪੁਰਾਣੇ ਸਾਥੀ ਹਨ ਅਤੇ ਇਹ ਵੀ ਦੱਸੋ ਕਿ ਪੁਰਾਣੇ ਸਮੇਂ ਵਿੱਚ ਮਨੁੱਖ ਉਹਨਾਂ ਦੀ ਵਰਤੋਂ ਕਿਸ ਪ੍ਰਕਾਰ ਕਰਦਾ ਸੀ। ਬੱਚਿਓ, ਇਹਦੇ ਵਿੱਚ ਆ ਜਾਏਗਾ ਕਿ ਜਿਵੇਂ ਤੁਸੀਂ ਇੱਥੇ ਲਿਖ ਸਕਦੇ ਆ ਬਲਦ ਦੀ ਵਰਤੋਂ ਜਿਹੜੀ ਆ ਪੁਰਾਣੇ ਲੋਕ ਜਿਹੜੇ ਆ ਹੱਲ ਵਾਹੁਣ ਵਾਸਤੇ ਕਰਦੇ ਸੀ। ਇਸੇ ਤਰ੍ਹਾਂ ਹੀ ਮੱਝ, ਗਾਂ, ਬੱਕਰੀ ਜਿਹੜੇ ਜਾਨਵਰ ਹੈ ਉਹਨਾਂ ਦੇ ਨਾਮ ਲਿਖ ਸਕਦੇ ਹਾਂ ਅਤੇ ਉਹਨਾਂ ਦੀ ਵਰਤੋਂ ਜਿਹੜੀ ਹੈ, ਜਿਨ੍ਹਾਂ ਦੀ ਵਰਤੋਂ ਦੁੱਧ ਲੈਣ ਲਈ ਕਰਦੇ ਉਹ ਦੁਧਾਰੂ ਆ ਜਾਣੇ, ਜਿਨ੍ਹਾਂ ਦੀ ਵਰਤੋਂ ਜਿਹੜੀ ਹੈ ਉਹ ਭਾਰ ਢੋਣ ਵਾਸਤੇ ਕੀਤੀ ਜਾਂਦੀ, ਇਹਨਾਂ ਦੀ ਵਰਤੋਂ ਦੇ ਅੱਗੇ ਤੁਸੀਂ ਲਿਖ ਦੇਣਾ। ਇਹ 5 ਕਾਲਮ ਬਣੇ ਹੋਏ ਆ। ਬੱਚੇ, ਮਨੁੱਖ ਅਤੇ ਜਾਨਵਰਾਂ ਦੇ ਇਸ ਸਾਥ ਦਾ ਕਾਰਨ ਕੇਵਲ ਪਸ਼ੂਆਂ ਤੋਂ ਹੋਣ ਵਾਲੇ ਲਾਭ ਨਹੀਂ ਹਨ। ਇਹਨਾਂ ਬੇਜ਼ੁਬਾਨਾਂ ਨੇ ਕੇਵਲ ਸਾਡਾ ਕੰਮ ਹੀ ਨਹੀਂ ਵੰਡਾਇਆ ਬਲਕਿ ਸਾਡੇ ਸੁੱਖ ਦੁੱਖ ਦੇ ਵੀ ਸਾਥੀ ਰਹੇ ਹਨ। ਕੀ ਤੁਸੀਂ ਜਾਣਦੇ ਹੋ ਕਿ ਜਾਨਵਰ ਬਹੁਤ ਅਰਥਾਂ ਵਿੱਚ ਸਾਡੇ ਵਰਗੇ ਹੀ ਹੁੰਦੇ ਹਨ? ਆਓ ਹੇਠਾਂ ਦਿੱਤੀਆਂ ਖਾਲੀ ਥਾਵਾਂ ਭਰ ਕੇ ਜਾਣਨ ਦੀ ਕੋਸ਼ਿਸ਼ ਕਰੀਏ ਕਿ ਮਨੁੱਖ ਅਤੇ ਪਸ਼ੂ ਜਗਤ ਵਿੱਚ ਕੀ ਸਮਾਨਤਾ ਹੈ। ਜਾਨਵਰ ਮਨੁੱਖ ਦੀ ਤਰ੍ਹਾਂ ਹੀ ਡੈਸ਼ ਲੈਂਦੇ ਹਨ ਅਤੇ ਬੱਚੇ ਇਹਦੇ ਵਿੱਚ ਆਏਗਾ ਸਾਹ ਲੈਂਦੇ ਹਨ। ਉਹ ਮਨੁੱਖ ਦੀ ਤਰ੍ਹਾਂ ਹੀ ਲਗਾਅ ਮਹਿਸੂਸ ਕਰਦੇ ਹਨ। ਉਹ ਸਾਡੀ ਤਰ੍ਹਾਂ ਹੀ ਡੈਸ਼ ਹੁੰਦੇ ਹਨ, ਖੁਸ਼ ਹੁੰਦੇ ਹਨ। ਜਾਨਵਰ ਪੀੜਾ ਹੋਣ 'ਤੇ ਰੋਂਦੇ ਵੀ ਹਨ। ਉਹਨਾਂ ਦਾ ਮਨੁੱਖਾਂ ਦੀ ਤਰ੍ਹਾਂ ਇੱਕ ਪਰਿਵਾਰ ਹੁੰਦਾ ਹੈ। ਉਹ ਸਾਡੀ ਤਰ੍ਹਾਂ ਹੀ ਦੂਸਰਿਆਂ ਨੂੰ ਪਿਆਰ ਅਤੇ ਲਗਾਅ ਕਰਦੇ ਹਨ। ਅਸੀਂ ਜਾਣਿਆ ਕਿ ਜਾਨਵਰ ਬਹੁਤ ਗੱਲਾਂ ਵਿੱਚ ਸਾਡੀ ਤਰ੍ਹਾਂ ਹੀ ਹੁੰਦੇ ਹਨ। ਉਹਨਾਂ ਵਿੱਚ ਵੀ ਭਾਵਨਾਵਾਂ ਹੁੰਦੀਆਂ ਹਨ, ਯਾਦ ਸ਼ਕਤੀ ਹੁੰਦੀ ਹੈ, ਕੁਝ ਹੱਦ ਤੱਕ ਸਿੱਖਣ ਦੀ ਸਮਰੱਥਾ ਵੀ ਹੁੰਦੀ ਹੈ, ਪਰ ਅਸੀਂ ਪੂਰੀ ਤਰ੍ਹਾਂ ਸਮਾਨ ਨਹੀਂ ਹਾਂ। ਕੁਝ ਗੁਣ ਕੁਦਰਤ ਵੱਲੋਂ ਸਾਨੂੰ ਵੱਧ ਦਿੱਤੇ ਗਏ ਹਨ ਅਤੇ ਕੁਝ ਪਸ਼ੂ ਜਗਤ ਨੂੰ। ਕੀ ਤੁਸੀਂ ਦੱਸ ਸਕਦੇ ਹੋ ਜਾਨਵਰ ਸਾਡੇ ਨਾਲੋਂ ਕਿਹੜੇ ਗੁਣਾਂ ਵਿੱਚ ਘੱਟ ਹਨ? ਇਹਦੇ ਵਿੱਚ ਬੱਚਿਓ ਤੁਸੀਂ ਜਾਨਵਰਾਂ ਦੇ ਉਹ ਗੁਣ ਲਿਖਣੇ ਆ ਜਿਹੜੇ ਉਹ ਮਨੁੱਖ ਤੋਂ ਘੱਟ ਹੈ, ਜਿਵੇਂ ਕਿ ਉਹਨਾਂ ਦੀ ਸੋਚਣ ਦੀ ਸ਼ਕਤੀ, ਯਾਦ ਕਰਨ ਦੀ ਸ਼ਕਤੀ, ਇਸੇ ਤਰ੍ਹਾਂ ਹੀ ਸਿੱਖਣ ਦੀ ਸ਼ਕਤੀ ਜਿਹੜੀ ਉਹ ਮਨੁੱਖ ਨਾਲੋਂ ਘੱਟ ਹੁੰਦੀ ਹੈ। ਜਾਨਵਰਾਂ ਕੋਲ ਸਾਡੇ ਨਾਲੋਂ ਕਿਹੜੇ ਗੁਣ ਵੱਧ ਹਨ? ਇਹਦੇ ਵਿੱਚ ਆ ਜਾਏਗਾ ਕਿ ਜਿਵੇਂ ਸੂੰਘਣ ਦੀ ਸ਼ਕਤੀ, ਜਿਵੇਂ ਕੁੱਤੇ ਵਿੱਚ ਬਹੁਤ ਜ਼ਿਆਦਾ ਹੁੰਦੀ ਹੈ। ਇਸੇ ਤਰ੍ਹਾਂ ਹੀ ਸੁਣਨ ਦੀ ਸ਼ਕਤੀ, ਜਾਨਵਰ ਜਿਹੜੇ ਆ ਮਨੁੱਖ ਨਾਲੋਂ ਕਈ ਗੁਣਾ ਜ਼ਿਆਦਾ ਸੁਣ ਸਕਦੇ ਆ। ਬੱਚੇ, ਧਰਤੀ ਕੇਵਲ ਸਾਡਾ ਗ੍ਰਹਿ ਹੀ ਨਹੀਂ ਹੈ। ਕੁਦਰਤ ਨੇ ਇਸ ਨੂੰ ਮਨੁੱਖਾਂ, ਬਨਸਪਤੀ, ਪਸ਼ੂਆਂ, ਪੰਛੀਆਂ ਅਤੇ ਅਨੇਕਾਂ ਤਰ੍ਹਾਂ ਦੇ ਹੋਰ ਜੀਵਾਂ ਲਈ ਸਾਂਝਾ ਬਣਾਇਆ ਹੈ। ਕਿਉਂਕਿ ਮਨੁੱਖ ਆਪਣੀ ਦਿਮਾਗੀ ਤਾਕਤ ਨਾਲ ਕਾਰਨ ਕੁਦਰਤ ਦੀ ਸਭ ਤੋਂ ਉੱਤਮ ਰਚਨਾ ਹੈ। ਇਸ ਦਾ ਫਰਜ਼ ਹੈ ਕਿ ਉਹ ਧਰਤੀ 'ਤੇ ਮੌਜੂਦ ਸਾਰੇ ਜੀਵ ਰੂਪਾਂ ਦਾ ਸਤਿਕਾਰ ਅਤੇ ਸੰਭਾਲ ਕਰੇ। ਪਿਆਰੇ ਬੱਚਿਓ, ਪੁਰਾਣੇ ਸਮੇਂ ਵਿੱਚ ਮਨੁੱਖ ਕੁਦਰਤ ਦੇ ਬਹੁਤ ਨੇੜੇ ਰਹਿੰਦਾ ਸੀ, ਪਰ ਸੱਭਿਅਤਾ ਦੇ ਵਿਕਾਸ ਅਤੇ ਆਧੁਨਿਕਤਾ ਦੀ ਹੋੜ ਨੇ ਸਾਨੂੰ ਧਰਤੀ 'ਤੇ ਮੌਜੂਦ ਬਾਕੀ ਜੀਵ ਰੂਪਾਂ ਅਤੇ ਕੁਦਰਤੀ ਵਾਤਾਵਰਣ ਤੋਂ ਬਹੁਤ ਦੂਰ ਕਰ ਦਿੱਤਾ ਹੈ। ਆਪਣੀ ਜਮਾਤ ਵਿੱਚ ਚਰਚਾ ਕਰਦੇ ਹੋਏ ਦੇਖੋ ਕਿ ਤੁਹਾਨੂੰ ਕਿਹੜੇ ਜਾਨਵਰ ਅਤੇ ਜੀਵ ਜੰਤੂ ਤੁਹਾਡੇ ਆਸ-ਪਾਸ ਦਿਖਾਈ ਦਿੰਦੇ ਹਨ। ਤੁਹਾਡੇ ਆਸ-ਪਾਸ ਦਿਸਣ ਵਾਲੇ ਜੀਵ ਰੂਪਾਂ ਵਿੱਚੋਂ ਆਪਣੀ ਪਸੰਦ ਅਤੇ ਨਾਪਸੰਦੀ ਦੇ ਜਾਨਵਰ ਕਾਰਨ ਦੱਸਦੇ ਹੋਏ ਲਿਖੋ। ਬੱਚਿਓ, ਇਹਦੇ 4 ਕਾਲਮ ਬਣੇ ਆ। ਪਹਿਲੇ ਕਾਲਮ ਵਿੱਚ ਤੁਸੀਂ ਲਿਖਣਾ ਜਾਨਵਰ ਜੋ ਮੈਨੂੰ ਪਸੰਦ ਹਨ। ਇਹਦੇ ਵਿੱਚ ਪਹਿਲੇ 5 ਜਾਨਵਰਾਂ ਦੇ ਨਾਮ ਦੇਣੇ ਜਿਹੜੇ ਤੁਹਾਨੂੰ ਪਸੰਦ ਹੈ ਅਤੇ ਉਹਦੇ ਅੱਗੇ ਉਹਦਾ ਕਾਰਨ ਵੀ ਲਿਖਣਾ ਵਾ ਕਿ ਤੁਸੀਂ ਉਸ ਜਾਨਵਰ ਨੂੰ ਕਿਉਂ ਪਸੰਦ ਕਰਦੇ ਹੋ। ਇਹਦੇ ਵਿੱਚ ਬੱਚੇ ਤੁਸੀਂ ਲਿਖ ਸਕਦੇ ਆ, ਜਿਵੇਂ ਕੁੱਤੇ ਦਾ ਲਿਖਣਾ, ਕੁੱਤਾ ਲਿਖਿਆ ਅਤੇ ਉਹਦੇ ਅੱਗੇ ਲਿਖਣਾ ਕਿਉਂਕਿ ਉਹ ਵਫਾਦਾਰ ਹੁੰਦਾ ਆ। ਗਾਂ ਦਾ ਲਿਖਿਆ ਅਤੇ ਉਹਦੇ ਵਿੱਚ ਤੁਸੀਂ ਲਿਖ ਸਕਦੇ ਆ ਕਿ ਉਹ ਸਾਨੂੰ ਦੁੱਧ ਦਿੰਦੀ ਹੈ। ਇਹਦੇ ਵਿੱਚ ਬੱਚੇ ਤੁਸੀਂ ਆਪਣੀ ਮਰਜ਼ੀ ਨਾਲ ਕੋਈ ਵੀ 5 ਲਿਖ ਸਕਦੇ ਆ। ਅੱਗੇ ਹੈਗਾ ਜਾਨਵਰ ਜੋ ਮੈਨੂੰ ਪਸੰਦ ਨਹੀਂ। ਇਹਦੇ ਵਿੱਚ ਤੁਸੀਂ ਉਹਨਾਂ ਜਾਨਵਰਾਂ ਦੇ ਨਾਮ ਦੇਣੇ ਆ ਜਿਹੜੇ ਤੁਹਾਨੂੰ ਪਸੰਦ ਨਹੀਂ ਹੈ ਅਤੇ ਉਹਨਾਂ ਨੂੰ ਨਾ ਪਸੰਦ ਕਰਨ ਦਾ ਕਾਰਨ ਵੀ ਦੇਣਾ ਹੈ। ਬੱਚੇ, ਬਹੁਤੇ ਜਾਨਵਰ ਜਾਂ ਪ੍ਰਾਣੀਆਂ ਨੂੰ ਅਸੀਂ ਉਹਨਾਂ ਦੀ ਦਿੱਖ
ਜਾਂ ਕਿਸੇ ਖਾਸ ਗੁਣ ਕਾਰਨ ਪਸੰਦ ਜਾਂ ਨਾਪਸੰਦ ਕਰ ਦਿੰਦੇ ਹਾਂ, ਜੋ ਕਿ ਸਹੀ ਨਹੀਂ ਹੈ। ਜੇਕਰ ਅਸੀਂ ਡੂੰਘਾਈ ਵਿੱਚ ਦੇਖੀਏ ਤਾਂ ਹਰ ਪ੍ਰਾਣੀ ਜਾਂ ਵਸਤੂ ਦੀ ਕੁਦਰਤ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਹੈ। ਤੁਹਾਡੇ ਕੋਲ ਨਾਪਸੰਦ ਕੀਤੇ ਜਾਨਵਰਾਂ ਵਿੱਚ ਕੋਈ ਇੱਕ ਚੰਗੀ ਗੱਲ ਜਾਂ ਉਹਨਾਂ ਦਾ ਕੋਈ ਇੱਕ ਲਾਭ ਲੱਭਣ ਦੀ ਕੋਸ਼ਿਸ਼ ਕਰੋ ਅਤੇ ਹੇਠਾਂ ਦਿੱਤੇ ਸਥਾਨ 'ਤੇ ਲਿਖੋ। ਬੱਚਿਓ, ਇਸ ਕਾਲਮ ਵਿੱਚ ਤੁਸੀਂ ਉਹ ਲਿਖਣਾ ਵਾ ਕਿ ਜਿਹੜਾ ਜੀਵ ਜਿਹਨੂੰ ਤੁਸੀਂ ਨਾਪਸੰਦ ਕੀਤਾ ਸੀ, ਕੀ ਉਹਦੇ ਵਿੱਚ ਕੋਈ ਚੰਗੀ ਗੱਲ ਵੀ ਹੈ, ਉਹਦੇ ਬਾਰੇ ਲਿਖਣਾ। ਮਨੁੱਖੀ ਉਦੇਸ਼ ਬਨਾਮ ਪਸ਼ੂ। ਪਿਆਰੇ ਬੱਚਿਓ, ਅੱਜ ਦਾ ਯੁੱਗ ਮਸ਼ੀਨ ਦਾ ਯੁੱਗ ਹੈ। ਅਸੀਂ ਜਿਨ੍ਹਾਂ ਕੰਮਾਂ ਲਈ ਪੁਰਾਣੇ ਸਮਿਆਂ ਵਿੱਚ ਜਾਨਵਰਾਂ 'ਤੇ ਸਿੱਧੇ ਤੌਰ 'ਤੇ ਨਿਰਭਰ ਸੀ, ਉਹ ਕੰਮ ਅੱਜ ਮਸ਼ੀਨਾਂ ਕਰਦੀਆਂ ਹਨ। ਪਰੰਤੂ ਸਾਡੀ ਪਸ਼ੂਆਂ 'ਤੇ ਨਿਰਭਰਤਾ ਪੂਰੀ ਤਰ੍ਹਾਂ ਖਤਮ ਨਹੀਂ ਹੋਈ ਹੈ। ਕੀ ਤੁਸੀਂ ਦੱਸ ਸਕਦੇ ਹੋ ਕਿ ਅੱਜ ਦੇ ਸਮੇਂ ਵਿੱਚ ਜਾਨਵਰਾਂ ਦੀ ਵਰਤੋਂ ਕਿੰਨਾਂ ਉਦੇਸ਼ਾਂ ਲਈ ਕੀਤੀ ਜਾਂਦੀ ਹੈ? ਤੁਸੀਂ ਜਾਨਵਰਾਂ ਤੋਂ ਕੀ ਲੈਂਦੇ ਹੋ? ਇਹਦੇ ਵਿੱਚ ਤੁਸੀਂ ਇੱਧਰ ਲਿਖਣਾ ਪ੍ਰਾਪਤ ਵਸਤੂ। ਕੀ ਉਹ ਪ੍ਰਾਪਤ ਕਰਨਾ ਸਹੀ ਹੈ? ਇਹਦੇ ਵਿੱਚ ਤੁਸੀਂ ਦੇਖੋ ਕਿ ਅੱਜ ਕੱਲ੍ਹ ਅਸੀਂ ਜਾਨਵਰਾਂ ਤੋਂ ਕੀ ਕੁਝ ਪ੍ਰਾਪਤ ਕਰ ਰਹੇ ਹਾਂ। ਇਹਦੇ ਵਿੱਚ ਤੁਸੀਂ ਲਿਖ ਸਕਦੇ ਹਾਂ ਮਾਸ, ਮੀਟ ਪ੍ਰਾਪਤ ਕਰਦੇ ਹਾਂ, ਅਤੇ ਉਹਦੇ ਅੱਗੇ ਲਿਖ ਦੇਣਾ ਕਿ ਕੀ ਉਹ ਵਸਤੂ ਪ੍ਰਾਪਤ ਕਰਨਾ ਸਹੀ ਹੈ। ਇਹਦੇ ਵਿੱਚ ਤੁਸੀਂ ਨਿਰੋਲ ਆਪਣੇ ਵਿਚਾਰ ਲਿਖਣੇ ਆ ਕਿ ਸਾਨੂੰ ਕੀ ਮੀਟ ਖਾਣਾ ਚਾਹੀਦਾ ਆ, ਕਿਸੇ ਜਾਨਵਰ ਨੂੰ ਮਾਰਨਾ ਚਾਹੀਦਾ ਆ। ਜੇ ਸਹੀ ਹੈ ਤਾਂ ਸਹੀ ਲਿਖ ਦਿਓ, ਜੇ ਨਹੀਂ ਤਾਂ ਗਲਤ ਲਿਖ ਦਿਓ। ਇਸੇ ਤਰ੍ਹਾਂ ਹੀ ਹੈਗਾ ਦੁੱਧ, ਪਸ਼ੂਆਂ ਤੋਂ ਅਸੀਂ ਦੁੱਧ ਪ੍ਰਾਪਤ ਕਰਦੇ ਹਾਂ। ਇਹਦੇ ਵਿੱਚ ਵੀ ਤੁਸੀਂ ਲਿਖ ਸਕਦੇ ਆਪਣੇ ਵਿਚਾਰ ਲਿਖਣੇ ਆ। ਉਸ ਤੋਂ ਬਾਅਦ ਹੈਗਾ ਕਿ ਜਿਵੇਂ ਉੱਨ ਅਤੇ ਖੱਲ ਪ੍ਰਾਪਤ ਕਰਦੇ ਹਾਂ ਅਸੀਂ ਜੁੱਤੀਆਂ ਬਣਾਉਣ ਵਾਸਤੇ, ਅਤੇ ਉੱਨ ਅਸੀਂ ਪ੍ਰਾਪਤ ਕਰਦੇ ਹਾਂ ਆਪਣੇ ਉੱਨੀ ਕੱਪੜੇ ਬਣਾਉਣ ਵਾਸਤੇ। ਇਸ ਤਰ੍ਹਾਂ ਬੱਚੇ ਤੁਸੀਂ ਕੁਝ ਜਾਨਵਰ ਸ਼ੌਂਕ ਲਈ ਵੀ ਮਾਰੇ ਜਾਂਦੇ ਆ, ਜਿਵੇਂ ਕਿ ਜਿਹੜਾ ਹਾਥੀ ਆ ਉਹਦੇ ਦੰਦਾਂ ਦੀਆਂ ਚੀਜ਼ਾਂ ਬਣਦੀਆਂ ਆ। ਇਸੇ ਤਰ੍ਹਾਂ ਹੀ ਹੋਰ ਕਈ ਜਾਨਵਰ ਹੈਗੇ ਜਿਨ੍ਹਾਂ ਦੇ ਸਿੰਗਾਂ ਤੋਂ ਕਈ ਚੀਜ਼ਾਂ ਬਣਾਈਆਂ ਜਾਂਦੀਆਂ, ਉਹਨਾਂ ਬਾਰੇ ਤੁਸੀਂ ਲਿਖ ਸਕਦੇ ਆ। ਅਤੇ ਉਹਦੇ ਅੱਗੇ ਤੁਸੀਂ ਆਪਣੇ ਵਿਚਾਰ ਲਿਖਣੇ ਕਿ ਕੀ ਉਸ ਵਸਤੂ ਨੂੰ ਪ੍ਰਾਪਤ ਕਰਨਾ ਸਹੀ ਹੈ, ਸਾਨੂੰ ਐਸਾ ਕਰਨਾ ਚਾਹੀਦਾ ਜਾਂ ਨਹੀਂ। ਜਾਨਵਰਾਂ ਨੂੰ ਸਦਾ ਤੋਂ ਹੀ ਮਨੁੱਖੀ ਉਦੇਸ਼ਾਂ ਲਈ ਵਰਤਿਆ ਜਾਂਦਾ ਰਿਹਾ ਹੈ। ਬਹੁਤ ਸਾਰੀਆਂ ਵਸਤੂਆਂ ਹਨ ਜੋ ਅਸੀਂ ਉਹਨਾਂ ਨੂੰ ਨੁਕਸਾਨ ਪਹੁੰਚਾਏ ਬਿਨਾਂ ਹੀ ਪ੍ਰਾਪਤ ਕਰ ਲੈਂਦੇ ਹਾਂ, ਪਰ ਬਹੁਤ ਸਾਰੀਆਂ ਚੀਜ਼ਾਂ ਅਸੀਂ ਉਹਨਾਂ ਨੂੰ ਹਾਨੀ ਪਹੁੰਚਾਏ ਬਿਨਾਂ ਨਹੀਂ ਲੈ ਸਕਦੇ। ਸਾਨੂੰ ਅਜਿਹੀਆਂ ਵਸਤੂਆਂ ਲਈ ਕੋਈ ਹੋਰ ਬਦਲ ਲੱਭਣਾ ਚਾਹੀਦਾ ਹੈ। ਜੇਕਰ ਬਹੁਤ ਹੀ ਜ਼ਰੂਰੀ ਹੋਵੇ ਤਾਂ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਅਸੀਂ ਉਹਨਾਂ ਨੂੰ ਘੱਟ ਤੋਂ ਘੱਟ ਨੁਕਸਾਨ ਪਹੁੰਚਾਈਏ। ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਜਾਨਵਰ ਸਾਡੀ ਹੀ ਤਰ੍ਹਾਂ ਜੀਵਤ ਪ੍ਰਾਣੀ ਹਨ, ਨਾ ਕਿ ਸਾਨੂੰ ਵਸਤੂਆਂ ਪ੍ਰਦਾਨ ਕਰਨ ਵਾਲੀਆਂ ਮਸ਼ੀਨਾਂ। ਉਹ ਸੁੱਖ ਦੁੱਖ ਨੂੰ ਮਹਿਸੂਸ ਕਰਦੇ ਹਨ, ਉਹ ਵੀ ਆਪਣੇ ਬੱਚਿਆਂ ਨੂੰ ਪਿਆਰ ਕਰਦੇ ਹਨ ਅਤੇ ਆਪਣੇ ਪਰਿਵਾਰ ਨਾਲ ਵਿਛੜਨ 'ਤੇ ਓਨਾ ਹੀ ਦੁੱਖ ਮਹਿਸੂਸ ਕਰਦੇ ਹਨ ਜਿੰਨਾ ਕਿ ਅਸੀਂ। ਜਾਨਵਰਾਂ ਵਿੱਚ ਵੀ ਸਾਡੀ ਤਰ੍ਹਾਂ ਜਿਉਣ ਦੀ ਪ੍ਰਬਲ ਇੱਛਾ ਹੁੰਦੀ ਹੈ। ਮਨੁੱਖੀ ਗਤੀਵਿਧੀਆਂ ਨਾਲ ਜਾਨਵਰਾਂ ਨੂੰ ਹੋਣ ਵਾਲੀ ਤਕਲੀਫ ਅਤੇ ਮਨੁੱਖ ਨਾਲ ਉਹਨਾਂ ਦੇ ਰਿਸ਼ਤੇ ਨੂੰ ਧਿਆਨ ਵਿੱਚ ਰੱਖਦੇ ਹੋਏ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ। ਪ੍ਰਸ਼ਨ 1, ਮਨੁੱਖ ਦੁਆਰਾ ਪਸ਼ੂਆਂ ਦੀ ਵਰਤੋਂ ਦਾ ਪਸ਼ੂਆਂ ਨੂੰ ਲਾਭ ਹੋਇਆ ਕਿ ਨੁਕਸਾਨ? ਆਪਣੇ ਉੱਤਰ ਲਈ ਤਰਕ ਦਿਓ। ਬੱਚੇ, ਇਹਦੇ ਵਿੱਚ ਤੁਸੀਂ ਆਪਣੇ ਵਿਚਾਰ ਲਿਖਣੇ ਆ ਕਿ ਜਿਹੜੀ ਅਸੀਂ ਮਨੁੱਖ ਜਿਹੜਾ ਆ ਉਹ ਪਸ਼ੂਆਂ ਦੀ ਵਰਤੋਂ ਕਰ ਰਿਹਾ ਆ, ਉਹਦੇ ਨਾਲ ਮਨੁੱਖ ਨੂੰ ਤਾਂ ਫਾਇਦਾ ਹੋਇਆ, ਅਤੇ ਤੁਸੀਂ ਇਹ ਦੱਸਣਾ ਕਿ ਪਸ਼ੂਆਂ ਨੂੰ ਕੀ ਫਾਇਦਾ ਹੋਇਆ ਜਾਂ ਨੁਕਸਾਨ ਹੋਇਆ। ਇਹਦੇ ਵਿੱਚ ਤੁਸੀਂ ਆਪਣੇ ਵਿਚਾਰ ਦੇਣੇ ਆ। ਜੇਕਰ ਅਸੀਂ ਫਾਇਦੇ ਵਾਲੀ ਗੱਲ ਕਰੀਏ ਤਾਂ ਇਹਦੇ ਵਿੱਚ ਆ ਸਕਦਾ ਆ ਕਿ ਜਿਵੇਂ ਪਸ਼ੂਆਂ ਨੂੰ ਜਿਹੜੀਆਂ ਲੋੜਾਂ ਹੁੰਦੀਆਂ ਪਸ਼ੂਆਂ ਦੀਆਂ ਕਿ ਭੋਜਨ ਅਤੇ ਫਿਰ ਚੰਗੀ ਰਹਿਣ ਦੀ ਥਾਂ, ਇਹ ਅਸੀਂ ਜਿਹੜਾ ਮਨੁੱਖ ਹੈ ਪਸ਼ੂਆਂ ਨੂੰ ਪ੍ਰੋਵਾਈਡ ਕਰਾ ਰਿਹਾ ਆ, ਪਰ ਬਦਲੇ ਦੇ ਵਿੱਚ ਉਹ ਉਹਨਾਂ ਕੋਲੋਂ ਜੋ ਲੈ ਰਿਹਾ ਆ, ਜੇ ਤਾਂ ਉਹਨਾਂ ਨੂੰ ਬਿਨਾਂ ਨੁਕਸਾਨ ਪਹੁੰਚਾਏ ਲੈ ਰਿਹਾ ਤਾਂ ਠੀਕ ਹੈ, ਜੇਕਰ ਉਹਨਾਂ ਨੂੰ ਕੋਈ ਨੁਕਸਾਨ ਪਹੁੰਚਾ ਕੇ ਚੀਜ਼ ਲੈ ਰਿਹਾ ਤਾਂ ਉਹ ਗਲਤ ਹੈ। ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਤੁਸੀਂ ਇਹਦੇ ਬਾਰੇ ਪੁਆਇੰਟਸ ਬਣਾਉਣੇ ਆ। ਮਨੁੱਖ ਕੋਲ ਜਾਨਵਰਾਂ ਨੂੰ ਮਨੁੱਖੀ ਉਦੇਸ਼ਾਂ ਲਈ ਵਰਤਣ ਦਾ ਕੀ ਅਧਿਕਾਰ ਹੈ? ਇਹਦੇ ਵਿੱਚ ਵੀ ਤੁਸੀਂ ਆਪਣੇ ਵਿਚਾਰ ਵੀ ਲਿਖ ਸਕਦੇ ਆ ਕਿ ਕੀ ਮਨੁੱਖ ਕੋਲ ਇਹ ਅਧਿਕਾਰ ਹੈ ਕਿ ਉਹ ਪਸ਼ੂਆਂ ਨੂੰ ਆਪਣੇ ਉਦੇਸ਼ਾਂ ਲਈ ਵਰਤੇ। ਤਾਂ ਫਿਰ ਇਹਦੇ ਵਿੱਚ ਤੁਸੀਂ ਕਹਿ ਸਕਦੇ ਆ ਕਿ ਉਹ ਕੰਮ ਜਿਹੜਾ ਪਸ਼ੂਆਂ ਨੂੰ ਬਿਨਾਂ ਨੁਕਸਾਨ ਪਹੁੰਚਾਏ ਕੀਤਾ ਜਾਵੇ, ਉਹਦੇ 'ਚ ਤਾਂ ਕੋਈ ਪ੍ਰੋਬਲਮ ਨਹੀਂ ਹੈ, ਬਟ ਜਿਹੜੇ ਕੰਮ ਪਸ਼ੂਆਂ ਨੂੰ ਨੁਕਸਾਨ ਪਹੁੰਚਾ ਕੇ ਕੀਤੇ ਜਾਣ ਉਹ ਸਹੀ ਨਹੀਂ ਹੈ। ਕੀ ਜਾਨਵਰਾਂ ਨੂੰ ਆਪਣੇ ਕੁਦਰਤੀ ਵਾਤਾਵਰਨ ਵਿੱਚ ਜਿਉਣ ਦਾ ਅਧਿਕਾਰ ਹੋਣਾ ਚਾਹੀਦਾ ਹੈ? ਅਤੇ ਇਹਦਾ ਆਨਸਰ ਆਏਗਾ ਹਾਂ। ਮਨੁੱਖੀ ਵਿਕਾਸ ਅਤੇ ਆਧੁਨਿਕੀਕਰਨ ਤੋਂ ਜਾਨਵਰਾਂ ਨੂੰ ਹੋਈਆਂ ਹਾਨੀਆਂ ਦੱਸੋ। ਇਹਦੇ ਵਿੱਚ ਤੁਸੀਂ ਦੱਸਣਾ
ਕਿ ਜਿਵੇਂ ਜਿਵੇਂ ਮਾਡਰਨਾਈਜੇਸ਼ਨ ਹੋ ਰਹੀ ਹੈ ਉਹਦੇ ਨਾਲ ਪਸ਼ੂਆਂ ਨੂੰ ਕੀ ਨੁਕਸਾਨ ਹੋ ਰਹੀ ਹੈ। ਸਾਡੇ ਸਮਾਜ ਵਿੱਚ ਜਾਨਵਰਾਂ ਦੇ ਰੁਤਬੇ ਨੂੰ ਉੱਚਾ ਚੁੱਕਣ ਲਈ ਹਰ ਸਾਲ 4 ਅਕਤੂਬਰ ਨੂੰ ਵਿਸ਼ਵ ਪਸ਼ੂ ਦਿਵਸ ਮਨਾਇਆ ਜਾਂਦਾ ਹੈ। ਪਸ਼ੂਆਂ ਦੀ ਭਲਾਈ ਅਤੇ ਸੁਰੱਖਿਆ ਲਈ ਬਹੁਤ ਸਾਰੀਆਂ ਸੰਸਥਾਵਾਂ ਕੰਮ ਕਰਦੀਆਂ ਹਨ। ਭਾਰਤ ਵਿੱਚ ਕੰਮ ਕਰਦੀਆਂ ਅਜਿਹੀਆਂ ਕੁਝ ਸੰਸਥਾਵਾਂ ਅਤੇ ਉਹਨਾਂ ਵੱਲੋਂ ਕੀਤੇ ਜਾਂਦੇ ਕੰਮਾਂ ਬਾਰੇ ਜਾਣਨ ਦੀ ਕੋਸ਼ਿਸ਼ ਕਰੋ। ਜਾਨਵਰਾਂ ਦੀ ਸੁਰੱਖਿਆ ਅਤੇ ਜ਼ਿੰਮੇਵਾਰੀ। ਪਿਆਰੇ ਬੱਚੇ, ਮਨੁੱਖ ਅਤੇ ਪਸ਼ੂ ਵਿੱਚ ਇੱਕ ਬਹੁਤ ਹੀ ਵੱਡਾ ਅੰਤਰ ਹੈ ਕਿ ਪਸ਼ੂ ਸਵਾਰਥੀ ਨਹੀਂ ਹਨ। ਜਦ ਤੱਕ ਉਹਨਾਂ ਨੂੰ ਸਾਡੇ ਤੋਂ ਖਤਰਾ ਮਹਿਸੂਸ ਨਾ ਹੋਵੇ ਉਹ ਸਾਨੂੰ ਨੁਕਸਾਨ ਨਹੀਂ ਪਹੁੰਚਾਉਂਦੇ, ਪਰ ਮਨੁੱਖ ਇੰਨਾ ਸਵਾਰਥੀ ਹੈ ਕਿ ਬਿਨਾਂ ਪਸ਼ੂਆਂ ਦੀਆਂ ਭਾਵਨਾਵਾਂ ਨੂੰ ਸਮਝੇ ਉਹਨਾਂ ਦੀ ਵਰਤੋਂ ਕਰਦਾ ਹੈ, ਉਹਨਾਂ ਨੂੰ ਕੈਦ ਕਰਦਾ ਹੈ ਅਤੇ ਬਹੁਤ ਵਾਰ ਮਾਰ ਵੀ ਦਿੰਦਾ ਹੈ। ਹੇਠ ਲਿਖੇ ਵਾਕਾਂ ਨੂੰ ਪੜ੍ਹੋ ਅਤੇ ਦੱਸੋ ਕਿ ਉਸ ਪਸ਼ੂ ਜਾਂ ਪੰਛੀ ਨਾਲ ਕੀ ਗਲਤ ਹੋ ਰਿਹਾ ਹੈ ਅਤੇ ਉਸ ਨੂੰ ਕਿਸ ਪ੍ਰਕਾਰ ਰੋਕਿਆ ਜਾ ਸਕਦਾ ਹੈ। ਪਹਿਲਾ ਹੈਗਾ ਪਿੰਜਰੇ ਵਿੱਚ ਕੈਦ ਤੋਤਾ। ਪਿੰਜਰੇ ਵਿੱਚ ਕੈਦ ਤੋਤੇ ਨੂੰ ਪਤਾ ਹੀ ਹੈ ਤੁਹਾਨੂੰ ਕਿ ਉਹਨੂੰ ਕੀ ਪ੍ਰੋਬਲਮ ਹੈ ਅਤੇ ਉਹਨੂੰ ਕਿਵੇਂ ਰੋਕ ਸਕਦੇ ਆ। ਦੂਸਰਾ ਹੈਗਾ ਸੜਕਾਂ 'ਤੇ ਅਵਾਰਾ ਫਿਰਦੇ ਪਸ਼ੂ। ਚੂਹਿਆਂ, ਖਰਗੋਸ਼ਾਂ ਅਤੇ ਕੀਤਾ ਜਾਂਦਾ ਦਵਾਈਆਂ ਦਾ ਪਰੀਖਣ। ਪਤੰਗ ਦੀ ਡੋਰ ਨਾਲ ਜ਼ਖਮੀ ਪੰਛੀ। ਭਾਰੀ ਬੋਝ ਖਿੱਚਦੇ ਖੱਚਰ, ਊਠ ਅਤੇ ਹੋਰ ਜਾਨਵਰ। ਮਾਸ ਅਤੇ ਆਂਡਿਆਂ ਲਈ ਪਾਲੇ ਜਾਂਦੇ ਮੁਰਗੇ ਮੁਰਗੀਆਂ। ਸਰਕਸ ਵਿੱਚ ਵਰਤੇ ਜਾਂਦੇ ਜਾਨਵਰ। ਬੱਚੇ, ਸਾਰੇ ਜੀਵਤ ਪ੍ਰਾਣੀਆਂ ਪ੍ਰਤੀ ਦਇਆ ਦੀ ਭਾਵਨਾ ਰੱਖਣਾ ਸੰਵਿਧਾਨ ਅਨੁਸਾਰ ਸਾਡਾ ਮੌਲਿਕ ਕਰਤੱਵ ਹੈ। ਇਸ ਤੋਂ ਇਲਾਵਾ ਸਾਡੇ ਭਾਰਤ ਵਿੱਚ ਜਾਨਵਰਾਂ ਦੀ ਸੁਰੱਖਿਆ ਲਈ ਕਾਨੂੰਨ ਵੀ ਬਣਾਏ ਗਏ ਹਨ, ਜਿਵੇਂ ਕਿ ਜਾਨਵਰਾਂ ਵਿਰੁੱਧ ਅਤਿਆਚਾਰ ਰੋਕੂ ਐਕਟ 1960 ਅਤੇ ਜੰਗਲੀ ਜੀਵ ਸੁਰੱਖਿਆ ਐਕਟ 1972, ਜਿਨ੍ਹਾਂ ਅਨੁਸਾਰ ਜਾਨਵਰਾਂ ਵਿਰੁੱਧ ਅਤਿਆਚਾਰ ਇੱਕ ਸਜ਼ਾਯੋਗ ਅਪਰਾਧ ਹੈ। ਹੇਠ ਲਿਖੇ ਸਤਰਾਂ ਨੂੰ ਪੜ੍ਹੋ ਅਤੇ ਆਪਣੇ ਅਨੁਸਾਰ ਕਹਾਣੀ ਪੂਰੀ ਕਰੋ। ਮਯੰਕ ਆਪਣੇ ਦੋਸਤ ਕੀਰਤ ਨਾਲ ਸੈਰ ਕਰ ਰਿਹਾ ਸੀ। ਅਚਾਨਕ ਉਸਨੇ ਸੜਕ 'ਤੇ ਕਤੂਰੇ ਦੇ ਰੋਣ ਦੀ ਆਵਾਜ਼ ਸੁਣੀ। ਉਸਨੇ ਵੇਖਿਆ ਕਿ ਕੁਝ ਸ਼ਰਾਰਤੀ ਬੱਚੇ ਇੱਕ ਕਤੂਰੇ ਨੂੰ ਤੰਗ ਕਰ ਰਹੇ ਸਨ। ਕਤੂਰਾ ਜ਼ਖਮੀ ਹਾਲਤ ਵਿੱਚ ਸੀ। ਬੱਚਿਓ, ਇਹ ਜਿਹੜੀ ਕਹਾਣੀ ਹੈ ਨਾ, ਤੁਸੀਂ ਆਪਣੇ ਮਨੋਂ ਲਿਖਣੀ ਹੈ ਕਿ ਤੁਸੀਂ ਫਿਰ ਅੱਗੇ ਕੀ ਸੋਚਦੇ ਆ ਕਿ ਕਤੂਰੇ ਦਾ ਕੀ ਹਾਲ ਹੋਣਾ ਚਾਹੀਦਾ। ਇਹਨੂੰ ਤੁਸੀਂ ਆਪਣੇ ਕੋਲੋਂ ਕਹਾਣੀ ਨੂੰ ਪੂਰਾ ਕਰਨਾ, ਕਿਸ ਤਰ੍ਹਾਂ ਤੁਸੀਂ ਕਤੂਰੇ ਨੂੰ ਬਚਾਇਆ ਜਾਂ ਫਿਰ ਤੁਸੀਂ ਵੀ ਉਹਨਾਂ ਬੱਚਿਆਂ ਦਾ ਸਾਥ ਦਿੱਤਾ। ਆਪਣੀ ਕਹਾਣੀ ਜਮਾਤ ਵਿੱਚ ਦੂਜੇ ਵਿਦਿਆਰਥੀਆਂ ਨਾਲ ਸਾਂਝੀ ਕਰੋ। ਬੱਚਿਓ, ਤੁਸੀਂ ਇਹਨੂੰ ਆਪਣੀ ਕਾਪੀ ਵਿੱਚ ਰਾਈਟ ਕਰਨਾ ਆ। ਸਾਰੇ ਬੱਚਿਓ, ਜੇਕਰ ਮਨੁੱਖ ਨੇ ਜਿੰਦਾ ਰਹਿਣਾ ਹੈ ਤੇ ਉਸ ਨੂੰ ਕੁਦਰਤ ਦੇ ਵਿੱਚ ਪੈਦਾ ਹੋਈ ਹਰੇਕ ਚੀਜ਼ ਦਾ ਸਤਿਕਾਰ ਕਰਨਾ ਹੋਵੇਗਾ। ਇਸ ਕਰਕੇ ਸਾਡੀ ਵੀ ਇਹ ਡਿਊਟੀ ਬਣਦੀ ਹੈ ਕਿ ਅਸੀਂ ਦੂਸਰੇ ਜਾਨਵਰਾਂ ਦੇ ਪ੍ਰਤੀ ਪਿਆਰ ਦੀ ਭਾਵਨਾ ਰੱਖੀਏ, ਉਹਨਾਂ ਨੂੰ ਪ੍ਰੋਟੈਕਟ ਕਰੀਏ ਅਤੇ ਉਹਨਾਂ ਨੂੰ ਆਪਣੇ ਸਿਰਫ ਇੰਜੋਇਮੈਂਟ ਲਈ ਜਾਂ ਹੋਰ ਖੁਸ਼ੀਆਂ ਦੇ ਵਾਸਤੇ ਜਾਂ ਕੋਈ ਇਹੋ ਜਿਹੀਆਂ ਚੀਜ਼ਾਂ ਜਿਨ੍ਹਾਂ ਨੂੰ ਨਾ ਖਾਏ ਬਿਨਾਂ ਅਸੀਂ ਰਹਿ ਸਕਦੇ ਹਾਂ, ਉਹਦੇ ਲਈ ਉਹਨਾਂ ਨੂੰ ਯੂਜ਼ ਨਾ ਕਰੀਏ।